ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਆਪਾਂ ਸਾਰੇ ਕਰਦੇ ਹਾਂ। ਜਿਵੇਂ ਆਪਾਂ ਨੇ ਪਿੱਛੇ ਸ਼ਬਦ ਦੀ ਵਿਚਾਰ ਕੀਤੀ ਸੀ, ਅਸੰਖ ਜਪ ਅਸੰਖ ਭਾਉ, ਕਿ ਇਸ ਸੰਸਾਰ ਦੇ ਅੰਦਰ ਧਰਮ ਦੇ ਖੇਤਰ ਦੇ ਅੰਦਰ ਬੇਅੰਤ ਜਪ ਹਨ, ਕਿਉਂਕਿ ਬੇਅੰਤ ਹੀ ਇੱਥੇ ਮੱਤਾਂ ਹਨ। ਹਰ ਇੱਕ ਮੱਤ ਦਾ ਆਪੋ ਆਪਣਾ ਜਪ ਹੈ। ਇਸੇ ਤਰ੍ਹਾਂ ਹੀ ਗੁਰਮਤਿ ਵੀ ਇੱਕ ਆਪਣੀ ਵਿਲੱਖਣਤਾ ਰੱਖਣ ਵਾਲੀ ਮੱਤ ਹੈ, ਜੋ ਨਿਰਾਕਾਰੀ ਹੈ ਪਰਮੇਸ਼ਰ ਵੱਲੋਂ। ਉਸ ਦਾ ਵੀ ਇੱਕ ਆਪਣਾ ਜਪ ਹੈ। ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਹਰ ਇੱਕ ਗੱਲ ਦੀ ਸੋਝੀ ਕਰਵਾਈ ਹੈ। ਉਹ ਸੋਝੀ ਆਪਾਂ ਨੇ ਪ੍ਰਾਪਤ ਕਰਨੀ ਹੈ। ਜਿਵੇਂ ਜਿਵੇਂ ਆਪਾਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਜਾਵਾਂਗੇ, ਤਿਵੇਂ ਤਿਵੇਂ ਆਪਣੇ ਅੰਦਰ ਖੁਸ਼ੀ, ਖੜਾ, ਨਿਰਭੈਤਾ ਵੱਧਦੀ ਜਾਵੇਗੀ। ਸੋ ਆਪਾਂ ਹੁਣ ਗੁਰਬਾਣੀ ਦੇ ਅੰਦਰ ਕੁਝ ਐਸੇ ਬਚਨਾਂ ਬਾਰੇ ਵੀ ਦੇਖਾਂਗੇ ਕਿ ਜਿਨ੍ਹਾਂ ਵਿੱਚ ਬਾਰ-ਬਾਰ ਜਪਣ ਦਾ ਸੰਕੇਤ ਮਿਲਦਾ ਹੈ। ਜਿੱਥੋਂ ਇਹ ਗੱਲ ਪ੍ਰਚਲਿਤ ਹੋ ਜਾਂਦੀ ਹੈ ਕਿ ਨਾਮ ਨੂੰ ਵਾਰ-ਵਾਰ ਜਪਣਾ ਬਹੁਤ ਜ਼ਰੂਰੀ ਹੈ। ਸਿੱਖ ਮੱਤ ਦੇ ਅੰਦਰ ਹੀ ਦੋ ਧਾਰਾਵਾਂ ਨੇ ਜੋ ਅੱਜ ਚੱਲ ਰਹੀਆਂ ਹਨ। ਕੋਈ ਕਹਿੰਦਾ ਬਾਰ-ਬਾਰ ਜਪਣਾ ਚਾਹੀਦਾ ਹੈ, ਕੋਈ ਕਹਿੰਦਾ ਵੀ ਨਹੀਂ ਜਪਣਾ ਚਾਹੀਦਾ, ਇਹ ਤੋਤਾ ਰਟਣਾ ਹੈ। ਉਹ ਵੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਸੁਣਾ ਦਿੰਦੇ ਆ, ਤੇ ਜਿਹੜੇ ਬਾਰ-ਬਾਰ ਜਪਣ ਵਾਲੇ ਆ ਉਹ ਵੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਸੁਣਾ ਦਿੰਦੇ ਆ। ਤੇ ਆਮ ਜਿਹੜੀ ਜਗਿਆਸੂ ਨੇ ਉਹ ਦੋਨੇ ਪੰਕਤੀਆਂ ਨੂੰ ਸੁਣ ਲੈਂਦੇ ਆ। ਉਹਨਾਂ ਦੇ ਅੰਦਰ ਇਹੀ ਗੱਲ ਵਸੀ ਹੁੰਦੀ ਹੈ ਕਿ ਇਹ ਵੀ ਗੁਰਬਾਣੀ 'ਚ ਹੀ ਲਿਖਿਆ ਹੋਇਆ ਹੈ। ਪਰ ਗੁਰਬਾਣੀ ਤੋਂ ਸਮਝ ਪ੍ਰਾਪਤ ਕਰਨੀ ਉਹ ਕਿਸੇ ਬਿਰਲੇ ਦੇ ਹੱਥ ਵਿੱਚ ਆਉਂਦੀ ਹੈ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਸਾਨੂੰ ਪਰਮਾਰਥ ਦੇ ਅੰਦਰ ਉਹ ਕੰਮ ਕਰਨ ਦੀ ਆਗਿਆ ਹੈ ਜਿਸ ਦੇ ਨਾਲ ਸਾਨੂੰ ਸੰਤੁਸ਼ਟੀ ਹੋਵੇ। ਜੇ ਅਸੀਂ ਸੰਸਾਰੀ ਤੌਰ 'ਤੇ ਵੀ ਦੇਖੀਏ, ਸੰਸਾਰੀ ਤੌਰ 'ਤੇ ਵੀ ਜੋ ਵੀ ਅਸੀਂ ਕਾਰੋਬਾਰ ਕਰਦੇ ਹਾਂ, ਕੰਮ ਕਰਦੇ ਹਾਂ, ਉਹਨਾਂ ਕੰਮਾਂ ਦੇ ਵਿੱਚੋਂ ਜੇ ਸਾਨੂੰ ਸੰਤੁਸ਼ਟੀ ਹੋਈ ਨਹੀਂ ਹੁੰਦੀ ਤਾਂ ਅਸੀਂ ਉਹ ਕੰਮ ਛੱਡ ਦਿੰਦੇ, ਅਸੀਂ ਕੋਈ ਹੋਰ ਕੰਮ ਕਰਨ ਲੱਗ ਜਾਂਦੇ। ਇਸੇ ਤਰ੍ਹਾਂ ਪਰਮਾਰਥ ਦੇ ਅੰਦਰ ਵੀ ਜਿਹੜਾ ਸਾਡਾ ਕਾਰਜ ਹੈ ਉਹ ਸਫਲ ਹੀ ਨਹੀਂ ਹੋ ਰਿਹਾ, ਉਹ 'ਚੋਂ ਸਾਨੂੰ ਸੰਤੁਸ਼ਟੀ ਨਹੀਂ ਹੋ ਰਹੀ, ਜਿਹੜੇ ਨਾਮ ਜਪ ਕੇ ਸ਼ਾਂਤੀ ਨਹੀਂ ਮਿਲ ਰਹੀ, ਤਾਂ ਸਾਨੂੰ ਉਹਦੇ ਬਾਰੇ ਥੋੜ੍ਹਾ ਬਹੁਤਾ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਪਰ ਅਸੀਂ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਧਰਮ ਖੇਤਰ ਵਿੱਚ ਇਹ ਗੱਲ ਨੂੰ ਆਪਣੇ 'ਤੇ ਲਾਗੂ ਨਹੀਂ ਕਰਦੇ ਕਿ ਸਾਨੂੰ ਇਸ ਕੰਮ 'ਚੋਂ ਸੰਤੁਸ਼ਟੀ ਤਾਂ ਨਹੀਂ ਹੋ ਰਹੀ, ਪਰ ਅਸੀਂ ਲੱਗੇ ਹੋਏ ਹਾਂ। ਅੰਦਰੋਂ ਸਾਨੂੰ ਮਹਿਸੂਸ ਜ਼ਰੂਰ ਹੁੰਦਾ, ਬਾਹਰੋਂ ਅਸੀਂ ਡਰਦੇ ਨਹੀਂ ਬੋਲਦੇ। ਸਾਡੇ ਅੰਦਰ ਇੱਕ ਡਰ ਹੈ ਵੀ ਜੇ ਹੁਣ ਅਸੀਂ ਇਸ ਤਰ੍ਹਾਂ ਕਿਹਾ ਲੋਕ ਕਹਿਣਗੇ ਤੂੰ ਗੁਰਬਾਣੀ 'ਤੇ ਸ਼ੰਕਾ ਕਰਦਾ, ਤੇਰੀ ਭਾਵਨਾ ਨਹੀਂ ਹੈ, ਤੇਰੇ ਅੰਦਰ ਸ਼ਰਧਾ ਨਹੀਂ ਹੈ। ਇਤਿਆਦ ਬੜੇ ਵਿਸ਼ਲੇਸ਼ਣ ਲਾ ਕੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਤੇ ਲੋਕ ਡਰ ਜਾਂਦੇ ਹੈ। ਸੋ ਚੁੱਪ ਕਰਕੇ ਲੱਗੇ ਰਹਿੰਦੇ ਆ, ਤੇ ਸੰਸਾਰ ਦੇ ਅੰਦਰ ਜਿੰਨਾ ਕੁ ਸਮਾਂ ਮਿਲਿਆ ਜੋਤ ਨੂੰ ਸਰੀਰ ਦੇ ਵਿੱਚ, ਉਹਨਾਂ ਕੋ ਪੂਰਾ ਕਰਕੇ ਚਲੇ ਜਾਂਦੀ ਹੈ। ਤੇ ਅੱਗੇ ਜਾ ਕੇ ਫਿਰ ਉਸ ਨੂੰ ਪਛਤਾਵਾ ਮਿਲਦਾ, ਕਿਉਂਕਿ ਪਛਤਾਵਾ ਤਾਂ ਉਹਦੇ ਅੰਦਰ ਇੱਥੇ ਹੀ ਹੁੰਦਾ ਹੈ, ਅੱਗੇ ਜਾ ਕੇ ਤਾਂ ਰਿਜ਼ਲਟ ਹੀ ਆਉਂਦਾ। ਜੇ ਇੱਥੇ ਹੀ ਪੂਰਨ ਤੌਰ 'ਤੇ ਸ਼ਾਂਤੀ ਹੋਵੇ ਤਾਂ ਅਗਾਂਹ ਵੀ ਸ਼ਾਂਤੀ ਹੋਈ ਹੈ। ਜੇ ਇੱਥੇ ਹੀ ਕਲਪਨਾ ਵਿੱਚ ਜੀਵਨ ਕੱਢਿਆ, ਭਰਮ 'ਚ ਕੱਢਿਆ, ਫਿਰ ਅੱਗੇ ਵੀ ਭਰਮ ਹੀ ਹੈ। ਸੋ ਮੇਰੇ ਕਹਿਣ ਦਾ ਭਾਵ ਕਿ ਗੁਰਬਾਣੀ ਤੋਂ ਹਰ ਇੱਕ ਗੱਲ ਨੂੰ ਬੜੀ ਬਰੀਕੀ ਨਾਲ ਵਿਚਾਰਨਾ ਚਾਹੀਦਾ ਹੈ। ਜਿਵੇਂ ਆਪਾਂ ਨੇ ਪਿੱਛੇ ਵੀ ਸਾਹਿਬ ਦੇ ਬਚਨਾਂ ਨੂੰ ਪੜ੍ਹਿਆ ਸੁਣਿਆ ਕਿ ਜਿਹੜਾ ਨਿਰਾਕਾਰੀ ਜਪ ਹੈ, ਗੁਰਮੁਖ ਜਿਹੜੇ ਜਪ ਨੂੰ ਜਪਦੇ ਹੈ, ਉਸ ਜਪ ਬਾਰੇ ਗੁਰਬਾਣੀ ਦੇ ਅੰਦਰ ਪੱਪੇ ਨੂੰ ਔਂਕੜ ਪਾਈ ਹੋਈ ਹੈ।
ਇੱਕ ਜਪ ਹੈ ਜਿਹੜਾ ਸੰਸਾਰੀ ਲੋਕ ਕਰਦੇ ਆ, ਉਹ ਮੁਕਤ ਹੈ। ਭਗਤ ਕਬੀਰ ਸਾਹਿਬ ਜੀ ਨੇ ਅੰਗ 331 ਦੇ ਉੱਪਰ ਪਿਛਲੀ ਵਿਚਾਰ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਵਿਚਾਰਿਆ, ਬਚਨ ਕਰਦੇ ਕਹਿੰਦੇ ਐਸਾ ਗਿਆਨ ਜਪੋ ਮੇਰੇ ਮੀਤਾ। ਹੁਣ ਇੱਥੇ ਪਾਤਸ਼ਾਹ ਨੇ ਲਿਖਿਆ ਵੀ ਐਸਾ ਗਿਆਨ ਜਪੋ, ਤਾਂ ਇੱਥੋਂ ਸਪਸ਼ਟ ਹੋ ਜਾਂਦੀ ਹੈ ਗੱਲ ਕਿ ਜਿੰਨਾ ਚਿਰ ਸਾਡੇ ਕੋਲ ਆ ਸਰੀਰ ਹੈ, ਇਹਦੇ ਅੰਦਰ ਰਹਿੰਦੇ ਆ ਗਿਆਨ ਇੰਦਰੀਆਂ ਦੁਆਰਾ ਸਾਨੂੰ ਗਿਆਨ ਹੀ ਜਪਣਾ ਪੈਂਦਾ ਹੈ। ਜਿਹੜਾ ਗੁਰਬਾਣੀ 'ਚ ਨਾਮ ਸ਼ਬਦ ਵੀ ਆਉਂਦਾ, ਉਹਦਾ ਭਾਵ ਵੀ ਗਿਆਨ ਹੀ ਹੈ। ਨਾਮ ਜਪੋ, ਗਿਆਨ ਜਪੋ, ਇੱਕੋ ਹੀ ਗੱਲ ਹੋਈ। ਪਰ ਇਹ ਦੋ ਗੱਲਾਂ ਨਹੀਂ ਹੈ। ਜਦੋਂ ਇਹਨਾਂ ਨੂੰ ਬਾਹਰ ਸੰਸਾਰੀ ਤੌਰ ਤੇ ਧਾਰਮਿਕ ਲੋਕ ਪ੍ਰਚਾਰਦੇ ਆ, ਉਹ ਦੋਨਾਂ ਨੂੰ ਵੱਖੋ ਵੱਖਰਾ ਕਰ ਦਿੰਦੇ। ਉਹ ਕਹਿੰਦੇ ਜੀ ਨਾਮ ਹੋਰ ਚੀਜ਼ ਹੈ, ਗਿਆਨ ਹੋਰ ਚੀਜ਼ ਹੈ। ਜਦ ਕਿ ਗੁਰਬਾਣੀ ਦੇ ਅੰਦਰ ਦੋਨੇ ਇੱਕੋ ਹੀ ਚੀਜ਼ਾਂ ਨੇ। ਇੱਕ ਨਾਮ ਹੈ ਜਿਹੜਾ ਨਿਰਾਕਾਰੀ ਨਾਮ ਹੈ, ਜਿਹੜਾ ਪੂਰਨ ਸੋਝੀ ਜਦੋਂ ਆਉਣੀ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਉਹਦੇ ਲਈ, ਉਹਦੀ ਪ੍ਰਾਪਤੀ ਲਈ ਇਸ ਗਿਆਨ ਰੂਪੀ ਨਾਮ ਦੀ ਬਹੁਤ ਲੋੜ ਹੈ। ਜਿਹੜਾ ਅੱਖਰੀ ਨਾਮ ਹੈ, ਇਹ ਸਾਨੂੰ ਅੱਖਰਾਂ 'ਚ ਦਿੱਤਾ ਗਿਆ, ਇਹ ਸਾਡੀ ਮਨ ਬੁੱਧੀ ਦੀ ਪਕੜ 'ਚ ਆਉਂਦਾ ਹੈ। ਉਹ ਜਿਹੜਾ ਦੂਸਰਾ ਨਾਮ ਹੈ, ਨਿਰਾਕਾਰੀ ਨਾਮ ਹੈ, ਉਹ ਸਾਡੀ ਮਨ ਬੁੱਧੀ ਦੀ ਪਕੜ 'ਚ ਨਹੀਂ ਆਉਂਦਾ। ਮਨ ਬੁੱਧੀ ਉਹਦੀ ਪਕੜ 'ਚ ਨਹੀਂ, ਉਹ ਹੁਕਮ ਹੈ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ, ਏਕੋ ਨਾਮ ਹੁਕਮ ਹੈ। ਉਹ ਜਦੋਂ ਜੋਤ ਇੱਕੋ ਹੋ ਜਾਂਦੀ ਹੈ, ਇਹਨਾਂ ਦਾ ਏਕਾ ਹੋ ਜਾਂਦਾ, ਤਾਂ ਇਹਨੂੰ ਉਸ ਨਾਮ ਹੁਕਮ ਦੀ ਪ੍ਰਾਪਤੀ ਹੁੰਦੀ ਹੈ। ਉਹ ਬੁਝਾਰਤ ਫੇਰ ਬੁਝ ਹੁੰਦੀ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਤਿਗੁਰ ਦੇ ਦੁਆਰਾ ਬੁੱਝਿਆ ਜਾਂਦਾ ਹੈ। ਪਹਿਲਾਂ ਆਪਣੇ ਆਪ ਨੂੰ ਸਤ ਸਰੂਪ ਜਾਣਨਾ ਬਹੁਤ ਜ਼ਰੂਰੀ ਹੈ। ਜਦੋਂ ਜੋਤ ਆਪਣੇ ਆਪ ਨੂੰ ਜਾਣ ਲੈਂਦੀ ਹੈ, ਸਤ ਸਰੂਪ ਬਣ ਜਾਂਦੀ ਹੈ, ਸਤ ਹੋਣ ਤੋਂ ਬਾਅਦ ਉਹ ਜਿਹੜੀ ਦਾਤ ਹੈ, ਉਹ ਇਹਦੀ ਪੂਰੀ ਸੋਝੀ ਇਹਨੂੰ ਆਪਦੀ ਹੋਈ ਆਉਂਦੀ ਹੈ। ਉਹ ਹੈ ਨਾਮ, ਉਹ ਹੈ ਸਤਿਨਾਮ। ਹੁਣ ਆਪਾਂ ਵਿਚਾਰ ਕਰਦੇ ਹਾਂ ਬਾਰ-ਬਾਰ ਜਪਣ ਦੀ, ਕਿ ਬਾਰ-ਬਾਰ ਕਿਹਨੂੰ ਜਪਣਾ ਹੈ। ਗੁਰਬਾਣੀ ਦੇ ਅੰਦਰ ਪਾਤਸ਼ਾਹ 285 ਅੰਗ ਦੇ ਉੱਪਰ ਕਹਿੰਦੇ ਆ, ਵਾਰੰਬਾਰ ਬਾਰ ਪ੍ਰਭ ਜਪੀਐ। ਹੁਣ ਇੱਥੇ ਸਪਸ਼ਟ ਲਿਖਿਆ ਪਾਤਸ਼ਾਹ ਨੇ ਕਿ ਬਾਰ ਆ ਸਾਡੇ ਕੋਲ ਸਮਾਂ ਹੈ। ਬਾਰ ਜਪੀਐ, ਬਾਰ ਜਪਣਾ। ਕਿਹਨੂੰ ਜਪਣਾ? ਪ੍ਰਭ ਨੂੰ ਜਪਣਾ। ਹੁਣ ਇੱਥੇ ਜਿਹੜਾ ਪ੍ਰਭ ਸ਼ਬਦ ਦੇ ਭੱਬੇ ਨੂੰ ਔਂਕੜ, ਕਿ ਜਿਹੜਾ ਗੁਰਬਾਣੀ 'ਚ ਸਾਨੂੰ ਉਪਦੇਸ਼ ਉਹਨਾਂ ਨੇ ਦਿੱਤਾ, ਆਹ ਗੁਰਬਾਣੀ ਸਾਨੂੰ ਦਿੱਤੀ ਹੈ, ਗੁਰਬਾਣੀ ਦੇ ਅੰਦਰ ਸਾਨੂੰ ਕੋਈ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਅਸੀਂ ਬਾਰ ਜਪਣਾ, ਭਾਵ ਕਿ ਬਾਰ ਸਮਝਣਾ, ਕਿ ਕਿਤੋਂ ਸਾਨੂੰ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ। ਜਿਵੇਂ ਬੱਚਾ ਕਿਸੇ ਗੱਲ ਨੂੰ ਬਾਰ ਉਹਨੂੰ ਸਮਝਦਾ ਹੈ। ਟੀਚਰ ਪੰਜਾਬੀ ਬੋਲੀ 'ਚ ਇਹੀ ਕਹਿੰਦੇ ਵੀ ਕਾਕਾ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸਮਝਿਓ, ਬਾਹਰ ਜੇ ਨਹੀਂ ਪਤਾ ਲੱਗਦਾ ਦੁਬਾਰਾ ਸਮਝੋ। ਗੁਰਬਾਣੀ 'ਚ ਆਖਿਆ ਜਾਂਦਾ ਕਿ ਜੇ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਬਾਰ ਜਪੋ, ਕਿਉਂਕਿ ਗੁਰਬਾਣੀ 'ਚ ਉਸ ਵੇਲੇ ਇਹੀ ਭਾਸ਼ਾ ਚੱਲਦੀ ਸੀ। ਗੁਰਮੁਖਾਂ ਦੀ ਭਾਸ਼ਾ ਵਿੱਚ ਜਪਣਾ ਹੀ ਹੈ। ਪਰ ਜਦੋਂ ਸੰਸਾਰੀ ਬੋਲੀ 'ਚ ਵਿਖਿਆਨ ਕੀਤਾ ਜਾਂਦਾ, ਉਹਨੂੰ ਸਮਝਾਇਆ ਹੀ ਆਖਿਆ ਜਾਂਦਾ ਕਿ ਤੂੰ ਮੇਰੀ ਗੱਲ ਨੂੰ ਧਿਆਨ ਨਾਲ ਸਮਝੀ। ਆਪਾਂ ਆਮ ਕਹਿੰਦੇ ਹਾਂ, ਗੁਰਬਾਣੀ ਸਾਨੂੰ ਕਹਿੰਦੀ ਵੀ ਮੇਰੀ ਗੱਲ ਨੂੰ ਧਿਆਨ ਨਾਲ ਜਪੀ। ਇੱਥੇ ਜਿਹੜਾ ਪ੍ਰਭ ਹੈ, ਜਿਹੜਾ ਸਾਡੇ ਅੰਦਰ ਪ੍ਰਭ ਹੈ, ਉਹਨੂੰ ਆਰਡਰ ਆਇਆ ਹੋਇਆ। ਸਾਡਾ ਜਿਹੜਾ ਪ੍ਰਭ ਹੈ ਉਹ ਸਿਖਿਆਰਥੀ ਹੈ। ਪਾਤਸ਼ਾਹੀਆਂ, ਭਗਤ ਸਾਹਿਬਾਨ, ਇਹ ਵੀ ਪ੍ਰਭ ਨੇ, ਇਹ ਸਾਡੇ ਟੀਚਰ ਨੇ, ਕਿਉਂਕਿ ਉਹਨਾਂ ਨੇ ਤਾਂ ਸਾਰਾ ਕੁਝ ਜਾਣਿਆ ਹੋਇਆ। ਉਹ ਸਾਨੂੰ ਕਹਿੰਦੇ ਹੈ ਕਿ ਤੁਹਾਡੇ ਕੋਲ ਆ ਬੜਾ ਬੇਸ਼ਕੀਮਤ ਸਮਾਂ ਹੈ,
ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਤੁਹਾਡੇ ਕੋਲੇ ਬਾਰੀ ਮਿਲੀ ਹੋਈ ਹੈ। ਤੁਸੀਂ ਬਾਰ-ਬਾਰ ਜਪਣਾ ਹੈ, ਭਾਵ ਕਿ ਗੁਰਬਾਣੀ ਤੋਂ ਬਾਰ-ਬਾਰ ਸੋਝੀ ਪ੍ਰਾਪਤ ਕਰਦੇ ਰਹਿਣਾ। ਜਿਹੜੀ ਚੀਜ਼ ਦਾ ਨਹੀਂ ਪਤਾ ਲੱਗਦਾ ਫਿਰ ਵਿਚਾਰੋ ਉਹਦੀ ਗੱਲ। ਸੰਸਾਰ ਚੋਂ ਜੋ ਕੁਝ ਸੁਣਿਆ ਉਹ ਵੀ ਸੁਣਿਆ ਹੈ, ਗੁਰਬਾਣੀ ਚੋਂ ਵੀ ਦੇਖੋ ਵੀ ਗੁਰਬਾਣੀ ਐਂ ਕਹਿੰਦੀ ਹੈ, ਸੰਸਾਰ ਦੇ ਲੋਕ ਐਂ ਕਹਿੰਦੇ ਆ। ਦੋਨਾਂ ਗੱਲਾਂ ਦੀ ਚੰਗੀ ਤਰ੍ਹਾਂ ਵਿਚਾਰ ਕਰਕੇ ਆਪਣੇ ਤੇ ਲਾਗੂ ਕਰੋ। ਦੇਖੋ ਦੋਨਾਂ ਵਿੱਚੋਂ ਸ਼ਾਂਤੀ ਕਿਹੜੀ ਚੀਜ਼ 'ਚ ਹੈ, ਟਿਕਾ ਕਿਹੜੀ ਚੀਜ਼ 'ਚ ਹੈ, ਨਿਰਭੈਤਾ ਕਿਹੜੀ ਚੀਜ਼ 'ਚ ਹੈ। ਜਿਹੜੀ ਚੀਜ਼ 'ਚ ਨਿਰਭੈਤਾ ਹੈ, ਟਿਕਾ ਹੈ, ਸ਼ਾਂਤੀ ਹੈ, ਆਨੰਦਤ ਹੈ, ਉਸ ਚੀਜ਼ ਨੂੰ ਹਾਸਲ ਕਰੋ, ਉਹਦੇ ਤੇ ਪਹਿਰਾ ਦਿਓ। ਇਹ ਬਹੁਤ ਜ਼ਰੂਰੀ ਹੈ। ਦੂਸਰੇ ਪਾਸੇ ਪਾਤਸ਼ਾਹ ਬਚਨ ਕਰਦੇ ਆ ਅੰਗ 344 ਦੇ ਉੱਪਰ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਹੁਣ ਬਾਰ ਬਾਰ ਹਰ ਕੇ ਗੁਣ ਗਾਵੋ, ਉੱਪਰ ਆ ਗਿਆ ਪ੍ਰਭ, ਤੇ ਹਰ ਆ ਗਿਆ। ਹਰ ਤੇ ਪ੍ਰਭ ਗੁਰ ਇਹ ਇੱਕੋ ਹੀ ਗੱਲ ਹੈ, ਇੱਕ ਦੇ ਹੀ ਨਾਂ ਰੱਖੇ ਗਏ, ਗੁਣਵਾਚਕ ਨਾਂ ਨੇ ਸਾਨੂੰ ਸਮਝਾਉਣ ਵਾਸਤੇ। ਵੈਸੇ ਪਰਮੇਸ਼ਰ ਦਾ ਕੋਈ ਨਾਮ ਨਹੀਂ ਹੈ, ਸਿਰਫ ਮਨ ਸਮਝਾਵਣ ਕਾਰਨ ਹੈ। ਕਬੀਰ ਸਾਹਿਬ ਜੀ ਪਾਤਸ਼ਾਹ ਕਹਿੰਦੇ ਮਨ ਨੂੰ ਸਮਝਾਉਣਾ ਹੈ। ਕਛੁਕ ਪੜ੍ਹੀਐ ਗਿਆਨ ਲਿਖਿਆ, ਕਹਿੰਦੇ ਗਿਆਨ ਨੂੰ ਪੜ੍ਹੋ। ਹੁਣ ਅਸੀਂ ਅੱਖਰ ਪੜ੍ਹਦੇ ਹਾਂ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਇਹ ਅੱਖਰ, ਪਰ ਅਸੀਂ ਗਿਆਨ ਥੋੜ੍ਹੋ ਪੜ੍ਹਦੇ ਹਾਂ। ਗੁਰਬਾਣੀ ਕਹਿੰਦੇ ਗਿਆਨ ਪੜ੍ਹੋ। ਗਿਆਨ ਕੀ ਹੈ? ਇਹਨਾਂ ਅੱਖਰਾਂ ਦੇ ਵਿੱਚ ਗਿਆਨ ਪਿਆ, ਅੱਖਰੀ ਨਾਮ, ਅੱਖਰਾਂ ਦੇ ਵਿੱਚ ਨਾਮ ਹੈ, ਉਹ ਅੱਖਰਾਂ ਦੇ ਵਿੱਚ ਗਿਆਨ ਹੈ। ਉਹ ਗਿਆਨ ਨੂੰ ਅਸੀਂ ਪੜ੍ਹਨਾ ਹੈ ਕਿ ਗੁਰਬਾਣੀ ਤਾਂ ਇਹ ਕਹਿੰਦੀ ਹੈ, ਅਸੀਂ ਆਏ ਮੰਨਦੇ, ਇਹਦਾ ਮਤਲਬ ਅਸੀਂ ਗਲਤ ਮੰਨਦੇ ਹਾਂ, ਗੁਰਬਾਣੀ ਸਹੀ ਕਹਿ ਰਹੀ ਹੈ। ਬਾਰ ਬਾਰ ਹਰ ਕੇ ਗੁਣ ਗਾਵੋ, ਕਹਿੰਦੇ ਜਿਹੜੇ ਹਰ ਦੇ ਗੁਣ ਨੇ ਉਹ ਪਤਾ ਕਰਨੇ ਵੀ ਹਰ ਦੇ ਕਿਹੜੇ ਗੁਣ ਨੇ। ਹਰ ਦੇ ਕਿਹੜੇ ਗੁਣ ਨੇ? ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਹਰ ਦੇ ਗੁਣ ਹੀ ਨੇ। ਇਹਨਾਂ ਗੁਣਾਂ ਨੂੰ ਗਾਉਣਾ ਹੈ। ਗਾਉਣਾ ਹੁੰਦਾ ਕਿਸੇ ਚੀਜ਼ ਨੂੰ ਧਾਰਨ ਕਰ ਲੈਣਾ, ਕਿਸੇ ਚੀਜ਼ ਦੇ ਵਿੱਚ ਮੋਹਿਤ ਹੋ ਜਾਣਾ, ਕਿਸੇ ਚੀਜ਼ ਦੇ ਅੱਗੇ ਅਧੀਨ ਹੋ ਜਾਣਾ, ਉਹ ਗਾਉਣਾ ਹੈ। ਗੁਰਗਮ ਭੇਦ ਸੋ ਹਰ ਕਾ ਪਾਵੋ, ਕਹਿੰਦੇ ਜਿਹੜਾ ਗੁਰਗਮ ਹੈ, ਜਿਹੜਾ ਗਿਆਨ ਹੈ ਸਾਨੂੰ, ਉਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਜਿਹੜਾ ਸਾਨੂੰ ਇਸ ਭਾਵ ਸਾਗਰ ਚੋਂ ਬਾਹਰ ਕੱਢ ਸਕਦਾ, ਉਹਦਾ ਭੇਦ ਸਾਨੂੰ ਪ੍ਰਾਪਤ ਕਰਨਾ ਪੈਣਾ। ਕਿ ਉਹ ਕਿਹੜਾ ਗਿਆਨ ਹੈ ਕਿ ਜਿਹੜਾ ਸਾਨੂੰ ਭਵ ਸਾਗਰ ਚੋਂ ਬਾਹਰ ਲੈ ਜਾਵੇ, ਸਾਨੂੰ ਸਾਡੇ ਮਨ ਨੂੰ ਮਾਇਆ ਚੋਂ ਬਾਹਰ ਕੱਢ ਲਵੇ। ਇਹੋ ਜਿਹਾ ਕਿਹੜਾ ਗਿਆਨ ਹੈ? ਹੁਣ ਗੁਰਬਾਣੀ ਤਾਂ ਹੈ ਮੇਰੇ ਮਨਾ ਤੂੰ ਰੋਜ਼ ਪੜ੍ਹਦਾ, ਪਰ ਤੂੰ ਮਾਇਆ ਚੋਂ ਨਿਕਲਿਆ ਨਹੀਂ। ਇਹਦਾ ਮਤਲਬ ਤੂੰ ਗੁਰਬਾਣੀ ਪੜ੍ਹਦਾ, ਗਿਆਨ ਨਹੀਂ ਪੜ੍ਹਦਾ। ਗੁਰਬਾਣੀ ਪੜ੍ਹਨ ਦੇ ਨਾਲ ਤੂੰ ਮਾਇਆ ਚੋਂ ਬਾਹਰ ਨਹੀਂ ਜਾ ਸਕਦਾ, ਸਗੋਂ ਤੇਰੇ ਤਾਂ ਅੰਦਰ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ। ਪਰ ਜੇ ਤੂੰ ਗੁਰਬਾਣੀ ਤੋਂ ਪੜ੍ਹਨ ਲੱਗ ਜਾਵੇਂ, ਗਿਆਨ ਲੈਣ ਲੱਗ ਜਾਵੇਂ, ਫਿਰ ਤੂੰ ਮਾਇਆ ਚੋਂ ਬਾਹਰ ਆ ਜਾਏਗਾ, ਫਿਰ ਤੂੰ ਬਾਹਰ ਨਿਕਲੇਗਾ, ਫਿਰ ਤੂੰ ਮਾਇਆ 'ਚ ਨਹੀਂ ਰਹਿ ਸਕਦਾ। ਸੋ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਉਹ ਗਿਆਨ ਪ੍ਰਾਪਤ ਕਰੋ ਜਿਹੜਾ ਪਹਿਲੇ ਪੁਰਖਿਆਂ ਨੇ ਪ੍ਰਾਪਤ ਕੀਤਾ ਸੀ, ਜਿਹੜੇ ਮਾਇਆ ਚੋਂ ਬਾਹਰ ਨਿਕਲੇ। ਉਹਨਾਂ ਨੇ ਹੇ ਮੇਰੇ ਮਨਾ ਤੈਨੂੰ ਉਪਦੇਸ਼ ਦਿੱਤਾ ਵੀ ਭਾਈ ਤੁਸੀਂ ਵੀ ਮਾਇਆ ਚੋਂ ਬਾਹਰ ਨਿਕਲੋ। ਸੋ ਹੁਣ ਗੁਰਬਾਣੀ ਦੇ ਅੰਦਰ ਹੋਰ ਵੀ ਬਹੁਤ ਬੇਅੰਤ ਨੇ ਬਾਰ ਬਾਰ ਜਪਣ ਵਾਲੇ। ਮੈਂ ਸਿਰਫ ਥੋੜ੍ਹੇ ਹੀ ਲੈਤੇ ਕਿਉਂਕਿ ਟਾਈਮ ਬੜਾ ਲੱਗ ਜਾਂਦਾ। ਜੇ ਗੱਲ ਜਿਹਨੇ ਸਮਝਣੀ ਉਹਨੇ ਤਾਂ ਇੱਕੋ ਹੀ ਗੱਲ 'ਚ ਸਮਝ ਜਾਣੀ ਹੈ, ਜਿਹਨੇ ਨਹੀਂ ਸਮਝਣੀ ਉਹ ਭਾਵੇਂ ਸਾਰੀ ਗੁਰਬਾਣੀ ਦੀ ਵੀ ਆਖਿਆ ਕਰੀ ਚੱਲੋ, ਨਹੀਂ ਸਮਝ ਆਊਗੀ। ਹੁਣ ਥੋੜ੍ਹੀ ਜਿਹੀ ਇੱਕ ਵਿਚਾਰ ਆਪਾਂ ਕਰਦੇ ਵੀ ਗੁਰਬਾਣੀ 'ਚ ਕਈ ਬਚਨ ਇਹੋ ਜਿਹੇ ਵੀ ਆਉਂਦੇ ਜਿਹਦੇ ਵਿੱਚ ਲਿਖਿਆ ਵੀ ਇੱਕ ਵਾਰੀ ਜਪੋ, ਫਿਰ ਕੀ ਕਰਾਂਗੇ? ਹੁਣ ਗੁਰਬਾਣੀ ਦੇ ਅੰਦਰ ਪਾਤਸ਼ਾਹ ਕਹਿੰਦੇ 265 ਅੰਗ ਦੇ ਉੱਪਰ ਸੁਖਮਨੀ ਦੇ ਵਿੱਚ 265 ਅੰਗ ਦੇ ਉੱਪਰ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਫਿਰ ਹੁਣ ਇਹਦਾ ਕੀ ਕਰਾਂਗੇ?
ਜਿਹੜਾ ਟੀਕਾਕਾਰ ਨੇ ਅਰਥ ਕੀਤਾ ਉਹ ਕਹਿੰਦਾ ਭਾਵ ਹੇ ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ। ਇਹਦਾ ਮਤਲਬ ਇਹ ਨਾਮ ਗੁਰੂ ਦੇ ਸਨਮੁਖ ਹੋ ਕੇ ਜਪਣਾ, ਫਿਰ ਗੁਰੂ ਦਾ ਸਾਹਮਣੇ ਹੈਗਾ। ਫਿਰ ਜਦੋਂ ਗੁਰੂ ਸਾਹਮਣੇ ਹੀ ਹੈ ਫਿਰ ਤਾਂ ਜਪਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜੇ ਹੁਣ ਸਾਡੇ ਸਾਹਮਣੇ ਚਾਹ ਪਈ ਹੈ ਫਿਰ ਅਸੀਂ ਥੋੜ੍ਹੋ ਕਹਾਂਗੇ ਵੀ ਚਾਹ ਲੈ ਕੇ ਆਓ। ਫਿਰ ਤਾਂ ਚਾਹ ਹੈਗੀ ਹੋਈ ਹੈ, ਰੋਟੀ ਹੈਗੀ, ਖਾ ਲਓ। ਪਤਾ ਨਹੀਂ ਟੀਕਾਕਾਰ ਕਿਹੜੇ ਹਿਸਾਬ ਨਾਲ ਅਰਥ ਕਰਦਾ ਹੈ ਕਿ ਗੁਰੂ ਦੇ ਸਾਹਮਣੇ ਵੀ ਨਾਮ ਜਪਿਆ ਜਾਂਦਾ। ਜੇ ਹੁਣ ਸੂਰਜ ਚੜ੍ਹਿਆ ਹੋਇਆ, ਸੂਰਜ ਚੜ੍ਹੇ ਦੇ ਸਾਹਮਣੇ ਕੋਈ ਦੀਵਾ ਲਈ ਫਿਰੇ, ਜਗਾ ਕੇ ਅਗਲਾ ਕਹਿੰਦਾ ਵੀ ਤੂੰ ਮੂਰਖ ਹੈ। ਗੁਰੂ ਨੂੰ ਮਿਲਣ ਲਈ ਜਪਿਆ ਜਾਂਦਾ। ਜਦੋਂ ਗੁਰੂ ਮਿਲ ਗਿਆ ਫਿਰ ਜਪਣਾ ਕਾਹਦੇ ਵਾਸਤੇ, ਇਹ ਵੀ ਨਹੀਂ ਪਤਾ। ਪਰ ਅਰਥ ਕੀਤਾ ਟੀਕਾਕਾਰਾਂ ਨੇ, ਉਹੀ ਸਾਡੇ ਪ੍ਰਚਲਿਤ ਨੇ। ਜਦ ਕਿ ਪਾਤਸ਼ਾਹ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ। ਕਿਸੇ ਦੇ ਨਾਲ ਵਿਚਾਰ ਕਰਦੇ ਉਹਨੂੰ ਦੱਸਦੇ ਵੀ ਭਾਈ ਜਿਹੜਾ ਨਾਮ ਰਾਮ ਨਾਮ ਹੈ ਉਹਦੇ ਤੁਲ ਕੋਈ ਵੀ ਐਸੀ ਵਿਚਾਰ ਨਹੀਂ ਦੁਨੀਆ ਦੇ ਉੱਪਰ। ਹੁਣ ਇੱਥੇ ਪਾਤਸ਼ਾਹ ਨੇ ਲਿਖਿਆ ਰਾਮ ਨਾਮ, ਕਿ ਜਿਹੜਾ ਰਾਮ ਹੈ ਸਾਡਾ ਮੂਲ ਹੈ ਉਹਦਾ ਨਾਮ ਚਾਹੀਦਾ। ਹੁਣ ਰਾਮ ਤਾਂ ਆਪਣੇ ਆਪ 'ਚ ਹੀ ਨਾਮ ਹੈ। ਵਾਹਿਗੁਰੂ ਤਾਂ ਆਪਣੇ ਆਪ 'ਚ ਹੀ ਨਾਮ ਹੈ। ਰਾਮ ਦਾ ਨਾਮ ਚਾਹੀਦਾ। ਰਾਮ ਕਾ ਨਾਮ ਨਾ ਜਾਣਿਆ ਮੂੜੇ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾ। ਪਾਤਸ਼ਾਹ ਕਹਿੰਦੇ ਨਾਮ ਨਹੀਂ ਜਾਣਿਆ ਤੂੰ ਰਾਮ ਕਾ। ਇਹਦਾ ਮਤਲਬ ਰਾਮ ਕੋਈ ਚੀਜ਼ ਹੋਰ ਹੈ, ਨਾਮ ਕੋਈ ਚੀਜ਼ ਹੋਰ ਹੈ। ਅਸੀਂ ਇੱਥੋਂ ਵੀ ਭੁਲੇਖੇ 'ਚ ਨਹੀਂ। ਤੁਲ ਕਹਿੰਦੇ ਉਹਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਰਾਮ ਨਾਮ ਵਿਚਾਰ। ਹੇ ਮੇਰੇ ਮਨਾ ਤੈਨੂੰ ਆਰਡਰ ਕੀਤਾ ਵੀ ਤੂੰ ਆਪਣਾ ਜਿਹੜਾ ਤੇਰਾ ਰਾਮ ਹੈ, ਤੇਰਾ ਮੂਲ ਹੈ, ਉਹਦਾ ਜਿਹੜਾ ਨਾਮ ਹੈ, ਉਹਦਾ ਜਿਹੜਾ ਗਿਆਨ ਹੈ, ਉਹਦੀ ਵਿਚਾਰ ਕਰ। ਤੂੰ ਆਪਣੇ ਆਪ ਨੂੰ ਵਿਚਾਰ, ਉਹਦੇ ਬਰਾਬਰ ਕੁਛ ਨਹੀਂ। ਨਾਨਕ ਗੁਰਮੁਖੀ ਨਾਮ ਜਪੀਐ ਇੱਕ ਵਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਦੇ ਸਰੂਪ ਦੇ ਵਿੱਚ, ਕਹਿੰਦੇ ਗੁਰਮੁਖੀ, ਕਹਿੰਦੇ ਜਦੋਂ ਸੁਰਤ ਉਸ ਗਿਆਨ ਨੂੰ ਪ੍ਰਾਪਤ ਕਰ ਲੈਂਦੀ ਹੈ, ਉਸ ਉਪਦੇਸ਼ ਨੂੰ ਧਾਰਨ ਕਰ ਲੈਂਦੀ ਹੈ, ਉਸ ਉਪਦੇਸ਼ ਦੇ ਅੰਦਰ ਐਡੀ ਤਾਕਤ ਹੈ ਜਿਹੜੀ ਸਾਡੇ ਕੋਲ ਗੁਰਬਾਣੀ 'ਚ ਉਪਦੇਸ਼ ਹੈ, ਜੇ ਅਸੀਂ ਇਹਨੂੰ ਮੰਨੀ ਚੱਲੀਏ ਤਾਂ ਨਾਮ ਜਪੀਐ। ਫਿਰ ਸਾਨੂੰ ਉਸ ਨਾਮ ਦੀ ਸੋਝੀ ਆਉਂਦੀ ਹੈ, ਫਿਰ ਸਾਨੂੰ ਉਸ ਨਾਮ ਦੀ ਸਮਝ ਆਉਂਦੀ ਹੈ। ਜਪੀ ਐ ਸ਼ਬਦ ਹੈ। ਕਹਿੰਦੇ ਜਿੰਨਿਆਂ ਨੂੰ ਵੀ ਹੁਣ ਤੱਕ ਉਸ ਨਾਮ ਦੀ ਸੋਝੀ ਆਈ ਹੈ, ਤੁਰਕੀ ਬਾਣੀ ਜਿਨ੍ਹਾਂ ਦੇ ਵੀ ਹਿਰਦੇ 'ਚ ਪ੍ਰਗਟ ਹੋਈ ਆ, ਉਹ ਪਹਿਲਾਂ ਗੁਰਮੁਖ ਬਣੇ ਨੇ। ਪਹਿਲਾਂ ਗੁਰਮੁਖ ਬਣਨਾ ਪੈਂਦਾ, ਗੁਰਮੁਖ ਤੋਂ ਬਾਅਦ ਦੇ ਵਿੱਚ ਨਾਦ ਪ੍ਰਗਟ ਹੁੰਦਾ। ਗੁਰਮੁਖ ਨਾਦੰ, ਗੁਰਮੁਖ ਬਣਾਉਂਦੀ ਹੈ ਗੁਰਬਾਣੀ। ਇਹ ਗੁਰ ਹੈ, ਇਹ ਸਾਡੀ ਬੁੱਧੀ ਦੇ ਅੰਦਰ ਮੁਖੀ ਹੈ। ਸਾਡੀ ਬੁੱਧ ਸੁਰਤ, ਸਾਡੇ ਜੋਤ ਸਾਡੇ ਅੰਦਰ। ਉਹਨੂੰ ਜਦੋਂ ਜੋਤ ਨੂੰ ਉਹਦਾ ਹੀ ਗਿਆਨ ਮਿਲੀ ਜਾਂਦਾ, ਉਹ ਪੂਰੀ ਸ਼ੁੱਧ ਹੋ ਜਾਂਦੀ ਹੈ, ਤਾਂ ਫਿਰ ਉਹਦੇ ਅੰਦਰੋਂ ਨਾਮ ਪ੍ਰਗਟ ਹੁੰਦਾ ਹੈ। ਬੇਸ਼ਕੀਮਤ ਸੋਝੀ ਹੋਰ ਬਹੁਤ ਜ਼ਿਆਦਾ ਪ੍ਰਗਟ ਹੋ ਜਾਂਦੀ ਹੈ। ਜਪੀ ਹੈ, ਇਹ ਸਮਝ ਉਹਨਾਂ ਨੂੰ ਆਈ ਹੈ ਇੱਕ ਵਾਰ। ਬਸ ਕਹਿੰਦੇ ਪਾਤਸ਼ਾਹ ਕਹਿੰਦੇ ਇੱਕ ਹੋ ਤਾਂ ਸਹੀ ਆ, ਬਾਹਰ ਹੀ ਹੈ ਤੇਰੇ ਕੋਲ। ਜਿੱਦਣ ਤੂੰ ਇੱਕ ਹੋ ਗਿਆ ਉਦਣ ਹੀ ਖੇਡ ਸ਼ੁਰੂ ਹੈ। ਇੱਕ ਹੋਏ ਤਾਂ ਉਗਬ ਹੈ। ਇੱਕ ਹੋਣ ਦੀ ਦੇਰ ਹੈ, ਉਸੇ ਵੇਲੇ ਉੱਗ ਪੜਨਾ। ਉੱਗੂ ਤਾਂ ਫਿਰ ਸ਼ਬਦ ਹੀ ਗੁਰੂ। ਤੁਰਕੀ ਬਾਣੀ ਆਈ, ਜਦੋਂ ਉਹ ਆ ਗਈ ਤੁਰਕੀ ਬਾਣੀ, ਤਿਨੀ ਸਗਲੀ ਚਿੰਤ ਮਿਟਾਈ। ਉਹਨੇ ਤਾਂ ਸਾਰੀ ਚਿੰਤਾ ਮਿਟਾ ਦੇਣੀ ਹੈ ਤੇਰੇ ਅੰਦਰੋਂ। ਜਦੋਂ ਸੂਰਜ ਚੜਿਆ ਹਨੇਰਾ ਸਾਰਾ ਖਤਮ ਹੈ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਹ ਤਾਂ ਮਤ ਦੇ ਅੰਦਰੋਂ ਜਿਹੜਾ ਭਾਣੇ ਦਾ ਵਿਰੋਧ ਕਰਦੀ ਹੈ ਉਹ ਸਾਰਾ ਖਤਮ ਕਰ ਦਿੰਦੀ ਹੈ ਜਦੋਂ ਵੇਦ ਪ੍ਰਗਟ ਹੁੰਦਾ। ਵੇਦ ਹੈ ਆਤਮਿਕ ਸੁਗਿਆਨ, ਤੁਰਕੀ ਬਾਣੀ।
ਸੋ ਗੁਰਬਾਣੀ ਦੇ ਅੰਦਰ ਇੱਕ ਵਾਰੀ ਜਪਣ ਦੇ ਵੀ ਬੜੇ ਸ਼ਬਦ ਆਉਂਦੇ। ਜਦੋਂ ਤੁਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰੋਗੇ ਤੁਹਾਨੂੰ ਪਤਾ ਲੱਗੂਗਾ। ਹੁਣ ਆਪਾਂ ਦੇਖਦੇ ਹਾਂ ਗੁਰਬਾਣੀ ਦੇ ਅੰਦਰ ਬਾਰ-ਬਾਰ ਜਪਣ ਦੇ ਕੁਝ ਸ਼ਬਦ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਉੱਪਰ ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਉਹਨਾਂ ਨੇ ਉਸ ਵੇਲੇ ਜਿਹੜੇ ਕਿਸੇ ਸ਼ਬਦ ਨੂੰ ਲੈ ਕੇ ਬਾਰ-ਬਾਰ ਜਪਦੇ ਸੀ, ਪੜ੍ਹਦੇ ਸੀਗੇ, ਉਹ ਪੜ੍ਹਨੇ ਨੂੰ ਹੀ ਬਾਰ-ਬਾਰ ਜਪਣਾ ਮੰਨਦੇ ਸੀ, ਉਹਨਾਂ ਨੂੰ ਗੁਰਬਾਣੀ ਨੇ ਕੁਝ ਸਲਾਹਾਂ ਦਿੱਤੀਆਂ ਨੇ। ਚਾਹੇ ਤਰਕ ਕਹਿ ਦਿਓ, ਚਾਹੇ ਸਲਾਹ ਕਹਿ ਦਿਓ। ਜਿਵੇਂ ਪਾਤਸ਼ਾਹ ਕਹਿੰਦੇ ਅੰਗ 555 ਦੇ ਉੱਪਰ ਰਾਮ ਰਾਮ ਕਰਤਾ ਸਭ ਜਗ ਫੇਰੈ, ਰਾਮ ਨਾ ਪਾਇਆ ਜਾਏ। ਜੇ ਹੁਣ ਆਪਾਂ ਟੀਕਾਕਾਰੀ ਅਰਥ ਵੀ ਦੇਖਾਂਗੇ ਉਹ ਵੀ ਇਹੀ ਕਰਦਾ, ਕਹਿੰਦੇ ਸਾਰਾ ਸੰਸਾਰ ਰਾਮ ਰਾਮ ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ ਰਾਮ ਪ੍ਰਭੂ ਲੱਭਿਆ ਨਹੀਂ ਜਾਂਦਾ। ਤਾਂ ਹੁਣ ਹੇ ਮੇਰੇ ਮਨਾ, ਤੂੰ ਵੀ ਤਾਂ ਆਪਣੇ ਅੰਦਰ ਥੋੜੀ ਜਿਹੀ ਝਾਤੀ ਮਾਰ ਵੀ, ਜੇ ਉਸ ਵੇਲੇ ਉਹ ਰਾਮ ਰਾਮ ਕਰਦਾ ਸੀ ਵੀ ਤੂੰ ਅੱਜ ਤੂੰ ਵੀ ਤਾਂ ਫਿਰ ਕੁਛ ਕਰਦਾ ਹੀ ਹੈ ਨਾ। ਤੂੰ ਵੀ ਤਾਂ ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਪੜ੍ਹਦਾ ਹੀ ਹੈ, ਜਾਂ ਵਾਹਿਗੁਰੂ ਵਾਹਿਗੁਰੂ ਤੂੰ ਵੀ ਕਰਦਾ ਹੀ ਹੈ। ਉਹ ਰਾਮ ਰਾਮ ਕਰਦੇ ਸੀ, ਫਿਰ ਕੋਈ ਫਰਕ ਹੈ? ਇਹ ਪਾਤਸ਼ਾਹ ਨੇ ਵਚਨ ਕਿਉਂ ਕੀਤਾ? ਰਾਮ ਰਾਮ ਕਰਤਾ ਸਭ ਜਗ ਫਿਰ, ਉਹ ਕਹਿੰਦੇ ਸਾਰਾ ਸੰਸਾਰ ਰਾਮ ਰਾਮ ਕਰ ਰਿਹਾ, ਜਦ ਕਿ ਰਾਮ ਤਾਂ ਖੁਦ ਆਪ ਹੈ ਜੋਤ। ਇਸੇ ਕਰਕੇ ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਨੇ ਪਾਇਆ ਹੀ ਨਹੀਂ ਜਾਂਦਾ। ਰਾਮ ਤਾਂ ਜੇ ਕੋਈ ਹੋਰ ਹੋਊਗਾ ਤਾਂ ਪਾਇਆ ਜਾਊਗਾ, ਹੈ ਤਾਂ ਇਹ ਖੁਦ ਆਪ ਰਾਮ ਹੈ। ਜਿਵੇਂ ਮੇਰਾ ਨਾਮ ਮੀਤਾ ਹੈ, ਤੇ ਜੇ ਮੈਂ ਹੁਣ ਇੱਥੇ ਰੌਲਾ ਪਾਵਾਂ ਮੀਤੇ ਨੂੰ ਮਿਲਣਾ ਮੀਤੇ ਨੂੰ ਮਿਲਣਾ, ਉਹ ਅੱਲਾ ਕਹਿੰਦਾ ਵੀ ਮੀਤਾ ਤੂੰ ਖੁਦ ਆਪ ਹੀ ਹੈ। ਨਹੀਂ ਜੀ, ਮੈਂ ਨਹੀਂ ਹੈਗਾ ਮੀਤਾ, ਮੀਤਾ ਕੋਈ ਹੋਰ ਹੈ। ਸੋ ਇਸੇ ਤਰ੍ਹਾਂ ਹੀ ਹੇ ਮੇਰੇ ਮਨ, ਤੂੰ ਕਿਤੇ ਐਂ ਤਾਂ ਨਹੀਂ ਕਰਦਾ ਵੀ ਜਦ ਗੁਰਬਾਣੀ ਨੇ ਤੈਨੂੰ ਇਹ ਕਹਿਤਾ ਵੀ ਸਭੈ ਘੱਟ ਰਾਮ ਬੋਲੇ, ਉਹਨਾਂ ਸਾਰਿਆਂ ਦੇ ਵਿੱਚ ਤੂੰ ਵੀ ਤਾਂ ਹੈਗਾ ਹੀ ਹੈ। ਫਿਰ ਤੇਰੇ ਅੰਦਰ ਵੀ ਤਾਂ ਰਾਮ ਹੈ। ਫਿਰ ਤੂੰ ਆਪਣੇ ਆਪ ਨੂੰ ਕਿਉਂ ਨਹੀਂ ਜਾਣਨਾ ਚਾਹੁੰਦਾ? ਤੂੰ ਖੁਦ ਹੀ ਆ, ਤੂੰ ਆਪਣੇ ਆਪ ਨੂੰ ਜਾਣਨਾ ਨਹੀਂ ਚਾਹੁੰਦਾ। ਸੋ ਅੰਗ 41 ਉੱਪਰ ਵੀ ਪਾਤਸ਼ਾਹ ਕਹਿੰਦੇ ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ। ਕਹਿੰਦੇ ਹੁਣ ਰਾਮ ਰਾਮ ਤਾਂ ਸਾਰੇ ਹੀ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਈ। ਟੀਕਾਕਾਰ ਅਰਥ ਕਰਦਾ, ਕਹਿੰਦੇ ਜੇ ਹਰੇਕ ਮਨੁੱਖ ਨਿਰੀ ਜੀਵ ਨਾਲ ਹੀ ਪਰਮਾਤਮਾ ਦਾ ਨਾਮ ਆਖਦਾ ਰਹੇ ਤਾਂ ਨਿਰਾ ਜੀਵ ਨਾਲ ਪਰਮਾਤਮਾ ਦਾ ਨਾਮ ਆਖਿਆ ਸਫਲਤਾ ਨਹੀਂ ਹੁੰਦੀ। ਇਹ ਟੀਕਾਕਾਰ ਦਾ ਅਰਥ ਹੈ ਪ੍ਰੋਫੈਸਰ ਸਾਹਿਬ ਸਿੰਘ ਦਾ, ਕਿਉਂਕਿ ਉਹ ਪਰਮਾਤਮਾ ਸ਼ਬਦ ਬਹੁਤ ਵਰਤਦੇ ਆ, ਮੈਂ ਤਾਂ ਨਹੀਂ ਵਰਤਦਾ। ਸੋ ਰਾਮ ਰਾਮ ਸਭ ਕੋ ਕਹਿ, ਹੁਣ ਸਾਰੇ ਕਹਿੰਦੇ ਨੇ, ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ, ਉਹ ਰਾਮ ਰਾਮ ਕਹਿੰਦੇ ਸੀ, ਕੋਈ ਗੋਬਿੰਦ ਗੋਬਿੰਦ ਕਹਿੰਦਾ, ਕੋਈ ਨਿਰੰਜਨ ਕਹਿੰਦਾ, ਕੋਈ ਕੁਛ ਕਹਿੰਦਾ। ਕਹਿਆ ਰਾਮ ਨਾ ਹੋਏ, ਕਹਿੰਦੇ ਕਹਿਣ ਦੇ ਨਾਲ ਉਹ ਰਾਮ ਨਹੀਂ ਬਣ ਸਕਦਾ। ਫਿਰ ਕਿਵੇਂ ਬਣੂ? ਗੁਰ ਪ੍ਰਸਾਦੀ ਰਾਮ ਮਨ ਵਸੈ। ਹੁਣ ਗੁਰ ਪ੍ਰਸਾਦੀ ਰਾਮ, ਕਹਿੰਦੇ ਜਿਹੜਾ ਰਾਮ ਸਾਡਾ ਮੂਲ ਹੈ, ਜਦੋਂ ਸਾਨੂੰ ਉਹਦਾ ਗਿਆਨ ਮਿਲ ਜਾਵੇ, ਪ੍ਰਸਾਦੀ ਕਿ ਅਸੀਂ ਉਸ ਨੂੰ ਪਰਸ ਲਈਏ, ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਅੰਦਰ ਹੀ ਰਾਮ ਹੈ, ਭਾਵ ਕਿ ਸਾਡੇ ਅੰਦਰ ਹੀ ਸੱਚ ਹੈ, ਅਸੀਂ ਉਹੀ ਸੱਚ ਸਰੂਪ ਹਾਂ, ਅਸੀਂ ਝੂਠ ਦਾ ਸੰਗ ਨਹੀਂ ਕਰਨਾ, ਅਸੀਂ ਵਿਕਾਰਾਂ ਦਾ ਸੰਗ ਨਹੀਂ ਕਰਨਾ, ਅਸੀਂ ਵਾਸ਼ਨਾਵਾਂ ਦੀ ਸੰਗਤ ਨਹੀਂ ਕਰਨੀ। ਗੁਰ ਪ੍ਰਸਾਦੀ ਰਾਮ, ਜਿਹੜਾ ਸਾਡਾ ਰਾਮ ਹੈ, ਇਸ ਰਾਮ ਨੇ ਰਾਜੇ ਰਾਮ ਦੇ ਨਾਲ ਜਦੋਂ ਪਰਸ ਕਰਨਾ, ਉਹਦਾ ਇਹਨੂੰ ਸਪਰਸ਼ ਹੋਣਾ, ਤਾਂ ਮਨ ਹੀ ਵਸੈ, ਤਾਂ ਮਨ ਨੇ ਆ ਕੇ ਹਿਰਦੇ 'ਚ ਬਸੀ ਜਾਣਾ।
ਮਨ ਹੀ ਬਾਹਰ ਦੌੜਦਾ ਮਾਇਆ 'ਚ। ਇਹੀ ਰਾਮ ਮਾਇਆ ਦੀਆਂ ਇੱਛਾਵਾਂ ਕਰਦਾ। ਜਦੋਂ ਇਹਨੇ ਮਾਇਆ ਦੀਆਂ ਇੱਛਾ ਛੱਡ ਦੇਣੀਆਂ ਨੇ, ਭਿਖਾਰੀਪਣਾ ਛੱਡ ਦੇਣਾ, ਤੈਨੂੰ ਪਤਾ ਲੱਗ ਜਾਣਾ ਵੀ ਮੈਂ ਹੀ ਤਾਂ ਰਾਜ ਹੈ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਵੀ ਮੈਂ ਹੀ ਸੁਪਨੇ 'ਚ, ਮੈਂ ਹੀ ਸੁਪਨਾ ਦੇਖਦਾ, ਮੈਂ ਹੀ ਭਿਖਾਰੀ ਬਣਿਆ ਹੋਇਆ, ਹੈ ਤਾਂ ਮੈਂ ਰਾਜਾ। ਭਿਖਾਰੀਪਣਾ ਛੱਡਤਾ, ਰਾਜਾ ਬਣ ਗਿਆ। ਮਨ ਵਸੈ ਤਾਂ ਫਲ ਪਾਵੈ ਕੋਈ, ਕਹਿੰਦੇ ਤਾਂ ਉਹਨੂੰ ਫਲ ਮਿਲਦਾ। ਫਲ ਕੀ ਹੈ ਹੁਣ? ਫਲ ਕੀ ਹੈ? ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਉਹਨੂੰ ਗਿਆਨ ਰੂਪੀ ਫਲ ਮਿਲ ਜਾਂਦਾ, ਭਾਵ ਕਿ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ, ਧੁਰਕੀ ਬਾਣੀ ਪ੍ਰਗਟ ਹੋ ਜਾਂਦੀ ਹੈ। ਅੰਗ 1256 ਉੱਪਰ ਪਾਤਸ਼ਾਹ ਕਹਿੰਦੇ ਆ, ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੈ ਹਿਰਦੇ ਵਸਿਆ, ਮੋਖ ਮੁਕਤ ਤਿਨਹੂ ਪਾਇਆ। ਟੀਕਾਕਾਰੀ ਅਰਥ ਕਰਦੇ ਹਨ, ਮੂੰਹ ਨਾਲ ਬਾਹਰੋਂ ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦਿੰਦਾ ਹੈ, ਪਰ ਕਿਸੇ ਬਿਰਲੇ ਨੇ ਹਰ ਨਾਮ ਆਪਣੇ ਹਿਰਦੇ 'ਚ ਵਸਾਇਆ ਹੈ। ਟੀਕਾਕਾਰ ਇੱਥੇ ਸਹੀ ਕਰ ਜਾਂਦਾ ਅਰਥ ਕਿ ਮੁਖੋਂ ਹਰ ਹਰ ਸਭ ਕੋ ਕਰੈ। ਹੇ ਮੇਰੇ ਮਨਾ, ਹੁਣ ਤੂੰ ਇਹਨਾਂ ਗੱਲਾਂ ਨੂੰ ਆਪਣੇ ਤੇ ਲਾਗੂ ਕਰਨਾ। ਤੂੰ ਕਿਸੇ ਨੂੰ ਉਪਦੇਸ਼ ਨਹੀਂ ਦੇਣਾ ਵੀ ਤੁਸੀਂ ਨਾ ਐਂ ਕਰੋ। ਉਹ ਕਰਨ ਜੋ ਕੁਛ ਮਰਜ਼ੀ ਕਰਨ, ਉਹਨਾਂ ਦੀ ਆਪਣੀ ਜ਼ਿੰਦਗੀ ਹੈ, ਤੇਰੀ ਜ਼ਿੰਦਗੀ ਹੈ। ਗੁਰਬਾਣੀ ਤੈਨੂੰ ਉਪਦੇਸ਼ ਦਿੰਦੀ ਹੈ। ਗੁਰਬਾਣੀ ਕਹਿ, ਗੁਰਬਾਣੀ ਤਾਂ ਹੁਣ ਤੂੰ ਹੀ ਸੋਝੀ ਲੈ ਰਿਹਾ ਗੁਰਬਾਣੀ ਤੋਂ, ਇਹ ਤੈਨੂੰ ਹੀ ਕੁਛ ਕਹਿ ਰਹੀ ਹੈ। ਸੇਵਕ ਜਨ ਮੰਨੈ, ਤੂੰ ਇਹਦਾ ਸੇਵਕ ਬਣਨਾ। ਬਸ ਗੁਰਬਾਣੀ ਦੀ ਗੱਲ ਮੰਨਣੀ ਹੈ। ਪ੍ਰਤੱਖ ਗੁਰੂ ਨਿਸਤਾਰੇ, ਜਿਹੜਾ ਗੁਰੂ ਹੈ, ਸ਼ਬਦ ਹੈ, ਹੁਕਮ ਹੈ, ਉਹ ਤੇਰੇ ਸਾਹਮਣੇ ਆ ਜਾਣਾ। ਉਹਦੀ ਤੈਨੂੰ ਪਤਾ ਹੀ ਲੱਗ ਜਾਣਾ, ਸਾਰੀ ਸੋਝੀ ਆ ਜਾਣੀ ਹੈ ਤੈਨੂੰ ਵੀ ਆਹ ਹੈ ਗੁਰੂ ਅਸਲ ਵਿੱਚ। ਪਰ ਕਰਨਾ ਕੀ ਪਊ? ਮੁਖੋਂ ਹਰ ਹਰ ਸਭ ਕੋ ਕਰੈ, ਇਹ ਰੀਤ ਛੱਡਣੀ ਪਊਗੀ। ਬਿਰਲੇ ਹਿਰਦੇ ਵਸਾਇਆ, ਕਹਿੰਦੇ ਉਹ ਤਾਂ ਬਿਰਲੀ ਜੋਤ ਹੈ ਜਿਹੜੀ ਹਿਰਦੇ 'ਚ ਵਸਾਇਆ। ਹੁਣ ਵਸਾਇਆ ਕੀ ਹੈ? ਬਸ ਆਇਆ ਉਹ ਬਿਰਲੇ ਨੇ ਜਿਨ੍ਹਾਂ ਨੇ ਆਪਣਾ ਮਨ ਹਿਰਦੇ 'ਚ ਵਸਾ ਲਿਆ। ਜਿਹੜਾ ਮਨ ਬਾਹਰ ਦਸੇ ਦਿਸ਼ਾਵਾਂ 'ਚ ਦੌੜਦਾ ਸੀ, ਜਿਹੜੇ ਰਾਮ ਨੇ ਆਪਣੇ ਧਿਆਨ ਨੂੰ ਖਿੱਚ ਲਿਆ ਬਾਹਰ, ਮਾਇਆ ਦੇ ਵਿੱਚੋਂ ਬਾਹਰ ਕੱਢ ਲਿਆ, ਉਹ ਬਿਰਲੇ ਨੇ। ਉਹ ਬਹੁਤੇ ਨਹੀਂ ਹੈ, ਹੈਨ ਬਿਰਲੇ ਨਹੀਂ ਘਣੇ, ਫੈਲ ਫੱਕੜ ਸੰਸਾਰ। ਨਾਨਕ ਜਿਨ ਕੈ ਹਿਰਦੇ ਵਸਿਆ, ਨਾਨਕ ਜੀ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਵੀ ਹਿਰਦੇ ਦੇ ਵਿੱਚ ਉਹ ਵਸ ਗਿਆ, ਉਹਨਾਂ ਦਾ ਜਾ ਕੇ ਮਨ, ਮੋਖ ਮੁਕਤ ਤੈਨੂੰ ਪਾਇਆ। ਕਹਿੰਦੇ ਉਹਨਾਂ ਨੇ ਮਾਇਆ ਛੱਡਤੀ, ਉਹਨਾਂ ਨੇ ਮਾਇਆ ਤਾਂ ਖੜਾ ਛੱਡਿਆ, ਉਹਨਾਂ ਤੋਂ ਬਿਨਾਂ ਨਹੀਂ ਛੁੱਟਦਾ। ਸੋ ਹੋਰ ਵੀ ਬੇਅੰਤ ਸ਼ਬਦ ਨੇ, ਜੇ ਕਿਸੇ ਨੇ ਹੋਰ ਵੀ ਜ਼ਿਆਦਾ ਵਿਚਾਰ ਕਰਨੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਕਰ ਸਕਦਾ, ਕਿਉਂਕਿ ਮੇਰੇ ਕੋਲ ਇੱਥੇ ਲਿਮਟਿਡ ਸਮਾਂ ਜਿਹਦੇ 'ਚ ਮੈਨੂੰ ਇਹ ਵਿਚਾਰ ਸੰਕੋਚਣੀ ਵੀ ਪੈਂਦੀ ਹੈ। ਸੋ ਇਹਨਾਂ 'ਚੋਂ ਸਮਝ ਲਈਏ ਤਾਂ ਬਹੁਤ ਹੈ। ਸੋ ਅਰਥਾਂ ਮੁਤਾਬਕ ਦੇਖੀਏ ਤਾਂ ਕਿਤੇ ਤਾਂ ਆਖਦਾ ਟੀਕਾਕਾਰ ਕਿ ਬਾਰ-ਬਾਰ ਜਪਣਾ ਭਾਵ ਕੇ ਸਿਮਰਨ ਕਰਨਾ ਚਾਹੀਦਾ, ਕਿਤੇ ਕਹਿੰਦਾ ਡੂੰਘੀ ਸਾਂਝ ਪਾਉਣੀ ਚਾਹੀਦੀ ਹੈ, ਕਿਤੇ ਕਹਿੰਦਾ ਭਾਣਾ ਮੰਨਣਾ ਹੀ ਜਪ ਹੈ, ਕਿਤੇ ਕਹਿੰਦਾ ਇੱਕ ਵਾਰੀ ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਵੇ, ਕਿਤੇ ਕਹਿੰਦਾ ਸਾਰਾ ਸੰਸਾਰ ਹੀ ਰਾਮ ਰਾਮ ਇਸ ਤਰ੍ਹਾਂ ਕਰ ਰਿਹਾ ਤੇ ਰਾਮ ਨਹੀਂ ਲੱਭਦਾ, ਕਿਤੇ ਕਹਿੰਦਾ ਜੀਵ ਨਾਲ ਰਾਮ ਕਹਿਣ ਨਾਲ ਰਾਮ ਨਹੀਂ ਮਿਲਦਾ, ਕਿਤੇ ਕਹਿੰਦਾ ਕੋਈ ਮੂੰਹ ਨਾਲ ਰਾਮ ਉਚਾਰ ਦਿੰਦਾ ਤੇ ਇਸ ਤਰ੍ਹਾਂ ਰੱਬ ਨਹੀਂ ਮਿਲਦਾ। ਇਹ ਟੀਕੇਕਾਰਾਂ ਦੇ ਅਰਥ ਨੇ, ਉਹ ਕਿਤੇ ਕੁਛ ਕਹਿ ਦਿੰਦੇ ਆ, ਕਿਤੇ ਕੁਛ ਕਹਿ ਦਿੰਦੇ ਆ, ਪਰ ਉਹ ਅਸਲ ਵਿਚਾਰ ਇੱਕ ਤੇ ਨਹੀਂ ਆਉਂਦਾ। ਜਦ ਗੁਰਬਾਣੀ ਇੱਕ ਦੀ ਗੱਲ ਕਰਦੀ ਹੈ ਤਾਂ ਅਰਥ ਵੀ ਇੱਕ ਹੀ ਹੋਣਾ ਚਾਹੀਦਾ, ਅਰਥ ਵੱਖੋ ਵੱਖਰਾ ਨਹੀਂ ਹੋ ਸਕਦਾ। ਹਾਂ, ਜਦੋਂ ਪ੍ਰਕਰਨ ਦੇ ਵਿੱਚ ਹਿਸਾਬ ਦੇ ਵਿੱਚ ਸ਼ਬਦ ਚੱਲਦੇ ਆ, ਉੱਥੇ ਉਪਦੇਸ਼ ਦੱਸਿਆ ਜ਼ਰੂਰ ਜਾਂਦਾ। ਉਪਦੇਸ਼ ਨੂੰ ਕਿਸੇ ਤਰੀਕੇ ਹੋਰ ਨਾਲ ਸਮਝਾਇਆ ਜਾਂਦਾ, ਢੰਗ ਕੋਈ ਹੋਰ ਵਰਤਿਆ ਜਾਂਦਾ, ਪਰ ਉਹਦਾ ਅਰਥ ਇੱਕੋ ਹੀ ਰਹਿੰਦਾ। ਇਹ ਨਹੀਂ ਕਿ ਉਹਦਾ ਅਰਥ ਬਦਲ ਜਾਊਗਾ। ਸ਼ਬਦ ਭੇਦ ਸਮਝਣਾ ਪੈਂਦਾ। ਸੋ ਇੱਥੋਂ ਤੱਕ ਆਪਾਂ ਨੇ ਵਿਚਾਰ ਕੀਤੀ ਹੈ, ਜਿੰਨੀ ਕੁ ਗੁਰਬਾਣੀ ਤੋਂ ਸੋਝੀ ਆਈ। ਉਸ ਤੋਂ ਅੱਗੇ ਜੇ ਗੁਰ ਨੇ ਚਾਹਿਆ ਫਿਰ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।